लिखन लग पो। जिमें अक्सर कहा जाता है कि ठहरो लिखी जाए माता जी लिखी जाए। जिमें कि कहा जाता है कि ना पढ़न की कोई उम्र होंदी है ना लिखण की कोई उम्र होंदी है। तुसी जिंदगी के किसी भी पड़ाव दे विच जिंदगी के किसी भी मोड़ के उत्ते कुछ भी सीखना चाहो तो सीख सकते हो। इसे तरीके दे नाल साडे विचकार अज एक ऐसी शख्सियत मौजूद है, माता जसबीर कौर जी, जिन्हां दी जिहड़ी उम्र है वो लगभग 65 साल की है। पिंड खनियान, जिला फतेहगढ़ साहब। माता जी इस उम्र दे विच आके 65 साल की उम्र दे विच माता जी ने लिखना शुरू किया। आओ माता जी नाल गल करते हैं। माता जी मिट्टी टाइम चैनल दे विच तुहाडा स्वागत है जी। वाहिगुरू जी का खालसा वाहिगुरू जी की फतेह। वाहिगुरू जी की फतेह। माता जी मिट्टी टाइम्स दे विच तुहाडा स्वागत है जी। सब तो पहले असीं तुहानूं ये पुछना चाहते हैं, तुहाडे तो ये जानना चाहते हैं कि तुसीं ये लिखना किवें शुरू किया, किवें तुहाडे दिमाग दे विच आया कि कुछ लिखिया जावे। लिखने की कोई उम्र नहीं होंदी। एक लिखण दे विच एक अंदरों अवाल उठदा आ। पता इस तरह हुंदा जिंदगी दे विच कोई काम अधूरा रह गया होवे, ਉਹਨੂੰ पूरा करने ਲਈ एक तड़फ उठती है, मन ਦੇ ਵਿੱਚ चीज़ उठती है भी मैं वो पूरा नहीं कर सकਦਾ, मेरी जिंदगी ਇੰਨੀ निकल गई पर फिर भी मैं ਉਹਨੂੰ जीना ਚਾਹੁੰਦੀ ਹਾਂ जी। ਤੇ ਉਸ ਵੇਲੇ ਮੇਰਾ ਜਿਲੇ ਮੈਨੂੰ तड़फ महसूस ਹੁੰਦੀ है ना, तो मैं कहनी हाँ भी नहीं मैं पढ़ना सी, मैं ज़्यादा पढ़ना सी, कुछ लिखना, मेरे अंदरों तरंगा आवाज़ा उठदियां हैं जी। तो भी मैं पेंसिल लैके मैं अपना लिखना शुरू कर दिंदी हाँ। अच्छा जी। हाँ कुछ अपनी कलम के नाल जो तुसी उकेरिया वो कुछ सानू सुनाना चाहोगे? हाँ बिल्कुल सुनाना चाहूँगी। जी। ये कुछ दिनां दी गल आ। कोई एक मतलब साडे पिंड दे विच कोई एक वाक़ा होया सी, लड़ाई सी, लड़का शराबी सी, नशई सी ते वो अपनी माता दे नाल लड़ाई कर रहा सी ते अपने घर वाली दे नाल भी। वो उन्हां दी घरां दीयां गल्लां सुन के मेरा भी मन, मैं भी उत्थे चले गई उन्हां दी मतलब माता दी मदद करन वास्ते, उस मुंडे नूं समझाउण वास्ते जी। ते घर आई। घर आके मेरा मन बहुत रोया और रोंदे रोंदे मेरे मन चो एक आवाज़ उठी भी मैं कुछ लिखां। जी। बस वो सोच के मैं मतलब पेंसिल चक ली। ਉਹਦੇ ਵਿੱਚ ਮੈਨੂੰ ਜਿੱਦਾਂ ਉਹ ਲੜਕੇ ਦੀ ਮਾਤਾ ਉਲਝੀ ਹੋਈ ਦੀ ਸੀ, ਉਹਦੀ ਫੈਮਿਲੀ ਉਲਝੀ ਹੋਈ ਦੀ ਸੀ, ਉਸੇ ਤਰ੍ਹਾਂ ਮੇਰੇ ਅੰਦਰੋਂ ਇੱਕ ਆਵਾਜ਼ ਆਈ ਵੀ ਉਲਝੀ ਕਿਸਮਤ। ਕਹਾਣੀ ਦਾ ਨਾਮ ਦਿੱਤਾ ਮੈਂ ਉਲਝੀ ਕਿਸਮਤ, टाइटल देता उलझी किस्मत। ਉਲਝੀ ਕਿਸਮਤ जी। ਤੇ ਉਸ ਤੋਂ ਬਾਅਦ ਫਿਰ ਮੈਂ ਉਹ 5 ਮਿੰਟ ਦੇ ਵਿੱਚ ਜਣੀ ਉਹ ਮੈਂ ਲਿਖਣਾ ਸ਼ੁਰੂ ਕੀਤਾ। ਉਹ ਮੈਂ ਤੁਹਾਡੇ ਅੱਗੇ ਪੇਸ਼ ਕਰ जी प्लीज़। ਉਲਝੀ ਕਿਸਮਤ। ਕੀ ਕਰਾਂ ਕਿੱਥੇ ਜਾਵਾਂ, ਇਹ ਸ਼ਬਦ ਸਨ ਸ਼ਾਨੋ ਦੇ। ਸ਼ਾਨੋ ਸ਼ਬਦ ਜਿਹੜਾ ਸੀ ਨਾ, ਉਹ ਸ਼ਾਨੋ ਸ਼ਬਦ ਇੱਕ ਐਸਾ ਸੀਗਾ ਜਿਹੜਾ ਮੇਰੇ ਅੰਦਰ ਦੇ ਵਿਚਾਰਾਂ ਦੀ ਇੱਕ ਮਤਲਬ ਆਵਾਜ਼ ਸੀ ਉਹ ਸ਼ਾਨੋ। ਤੇ ਉਹ ਮਤਲਬ ਅਸਲੀ ਨਾਮ ਨਹੀਂ ਸੀ ਹੈਗਾ, ਉਹ ਇੱਕ ਵਿਚਾਰ ਦੇ ਵਿੱਚ ਸੀ ਮੇਰੇ ਅੰਦਰ ਆਇਆ। ਉਲਝੀ ਕਿਸਮਤ ਕੀ ਕਰਾਂ ਕਿੱਥੇ ਜਾਵਾਂ, ਇਹ ਸ਼ਬਦ ਸਨ ਸ਼ਾਨੋ ਦੇ। ਸ਼ਾਮ ਢਲ ਚੁੱਕੀ ਸੀ। ਆਦਮੀ ਨੇ ਇਹ ਕਹਿ ਦਿੱਤਾ ਸੀ ਕਿ 1 ਘੰਟੇ ਦੇ ਵਿੱਚ ਵਿੱਚ ਮੇਰਾ ਘਰ ਖਾਲੀ ਕਰ ਦੇ। ਪਰ ਸ਼ਾਨੋ ਇੱਧਰ ਉੱਧਰ ਵਿਚਾਰਾਂ ਕਰਦੀ ਗਲੀ ਗਲੀ ਸਹਾਰਾ ਭਾਲ ਰਹੀ ਸੀ, ਹੱਥ ਵਿੱਚ ਤੀਲਾਂ ਦੀ ਡੱਬੀ, ਮਾਨੋ ਕਿ ਉਹ ਕਿਸੇ ਮੰਦਰ ਦੇ ਵਿੱਚ ਜੋਤ ਜਗਾ ਕੇ ਆਈ ਹੋਵੇ ਜਾਂ ਦੀਵਾ ਬਾਲ ਕੇ ਆਈ ਹੋਵੇ। ਇਹ ਇੱਕ ਮਨ ਨੂੰ ਸਮਝਾਉਣ ਵਾਲੀ ਗੱਲ ਸੀ। ਮੈਂ ਆਪਣੇ ਵਿਹੜੇ ਵਿੱਚ ਪਾਠ ਕਰ ਰਹੀ ਸੀ ਤੇ ਉਹ ਮੇਰੇ ਕੋਲ ਆ ਕੇ ਬੈਠ ਗਈ ਅਤੇ ਉੱਚੀ ਉੱਚੀ ਉਹ ਰੋਣ ਲੱਗੀ। ਆਪ ਮੁਹਾਰੇ ਬੋਲ ਨਿਕਲ ਰਹੇ ਸਨ, ਕਿਤੇ ਮੇਰੇ ਪਿੱਛੇ ਆ ਨਾ ਜਾਵੇ। ਪਤੀ ਪਹਿਲਾਂ ਸ਼ਰਾਬ ਦਾ ਪਿਅੱਕੜ ਤੇ ਹੁਣ ਗੁਰੂ ਵਾਲਾ ਬਣ ਕੇ ਸ਼ਰਾਬ ਛੱਡੀ, ਨਸ਼ਾ ਭੁੱਕੀ ਫੀਮ ਆਦਿ ਖਾਣੀ ਸ਼ੁਰੂ ਕਰ ਦਿੱਤੀ। ਸ਼ਾਨੋ ਅੱਗੇ ਨਾਲੋਂ ਵੀ ਜ਼ਿਆਦਾ ਦੁਖੀ ਹੋ ਗਈ ਸੀ। ਹੁਣ ਉਸ ਦਾ ਸਰੀਰ ਵੀ ਸਾਥ ਛੱਡ ਰਿਹਾ ਸੀ। 20 ਸਾਲ ਤੋਂ ਪਤੀ ਦੀ ਮਾਰ ਅਤੇ ਦਹਿਸ਼ਤ ਜ਼ਿੰਦਗੀ ਜੀ ਰਹੀ ਸੀ। ਕਦੇ ਪੇਕੇ ਤੁਰ ਜਾਂਦੀ ਤੇ ਕਦੇ ਉਸ ਦਾ ਪਤੀ ਪੰਚਾਇਤ ਦੇ ਰਾਹੀਂ ਘਰ ਲੈ ਕੇ ਆ ਜਾਂਦਾ, ਇਸ ਵਾਅਦੇ ਦੇ ਨਾਲ ਕਿ ਮੈਂ ਫਿਰ ਇੰਜ ਨਹੀਂ ਕਰਦਾ। 20 ਸਾਲ ਹੋ ਗਏ ਇੰਜ ਹੀ ਦੁੱਖਾਂ ਵਿੱਚ ਸਫ਼ਰ ਕਰਦੀ ਨੂੰ, ਪਰ ਪੇਕੇ ਘਰੋਂ ਪਿਤਾ ਦਾ ਸਾਇਆ ਸਿਰ ਉੱਪਰ ਉੱਠ ਗਿਆ। ਭਾਈਆਂ ਜ਼ਮੀਨ ਵੰਡ ਲਈ,
ਮਾਂ ਨੂੰ ਅਧਰੰਗ ਹੋ ਗਿਆ। ਬਸ ਫਿਰ ਕੀ ਸੀ, ਸ਼ਾਨੋ ਇਕੱਲੀ ਰਹਿ ਗਈ। ਸਹੁਰੇ ਜੋ ਉਸ ਦਾ ਸਾਥ ਦਿੰਦੇ ਸੀ ਉਹ ਵੀ ਰੱਬ ਨੂੰ ਪਿਆਰੇ ਹੋ ਗਏ। ਪਤੀ ਬਲਵਿੰਦਰ ਸਿੰਘ ਸਮਝਾਉਣ ਵਾਲੇ ਨੂੰ ਕੋਈ ਨਹੀਂ ਸੀ। ਉਹ ਆਪ ਨਸ਼ੇ ਵਿੱਚ ਗਲਤਾਨ ਹੋ ਕੇ ਮਾਰਦਾ ਕੁੱਟਦਾ, ਇੱਥੋਂ ਤੱਕ ਦਾਲਾਂ ਘਰ ਦਾ ਸੌਦਾ ਵੀ ਖਿਲਾਰ ਦਿੰਦਾ। ਹੁਣ ਸ਼ਾਨੋ ਦੇ ਪੇਟ ਦਾ ਆਪਰੇਸ਼ਨ ਹੋ ਚੁੱਕਾ ਸੀ। ਉਹ ਕੁੱਟ ਵੀ ਨਹੀਂ ਖਾ ਸਕਦੀ ਸੀ ਅਤੇ ਨਾਲੇ ਡਰ ਜਾਂਦੀ ਬਲਵਿੰਦਰ ਉਸ ਦਾ ਪਤੀ ਤੋਂ, ਨਾਲੇ ਮੇਰੇ ਘਰ ਲੁਕ ਜਾਂਦੀ। ਮੈਨੂੰ ਕਹਿੰਦੀ ਮੈਂ ਕੀ ਕਰਾਂ ਤਾਈ ਜੀ, ਕਿੱਥੇ ਜਾਵਾਂ, ਮੇਰਾ ਤਾਂ ਕੋਈ ਟਿਕਾਣਾ ਵੀ ਨਹੀਂ। ਤਾਈ ਨੇ ਉਸ ਨੂੰ ਸਲਾਹ ਦਿੱਤੀ ਤੂੰ ਪੁਲਿਸ ਕੋਲ ਚਲੇ ਜਾਵੀਂ। ਤਾਂ ਉਸਨੇ ਪਲਟ ਕੇ ਜਵਾਬ ਦਿੱਤਾ ਤਾਈ ਪੁਲਿਸ ਕੋਲ ਤਾਂ ਚਲੀ ਜਾਵਾਂ, ਉਸ ਦੇ ਬਾਅਦ ਜੇ ਉਸਨੇ ਮੈਨੂੰ ਆਪਣੇ ਘਰ ਵੜਨ ਨਾ ਦਿੱਤਾ ਤਾਂ ਕਿੱਥੇ ਜਾਵਾਂਗੀ। ਇਸ ਦਾ ਜਵਾਬ ਤਾਈ ਕੋਲ ਨਹੀਂ ਸੀ। ਉਹ ਵੀਰਾਨ ਅੱਖਾਂ ਵਿੱਚ ਹੰਝੂ ਭਰ ਕੇ ਤਾਈ ਜੀ ਦੇ ਸਵਾਲ ਦਾ ਜਵਾਬ ਉਡੀਕ ਰਹੀ ਸੀ ਅਤੇ ਇਹ ਵੀ ਕਹਿ ਰਹੀ ਸੀ ਕੀ ਕਰਾਂ, ਮੈਂ ਜ਼ਿੰਦਗੀ ਜਿਉਣਾ ਚਾਹੁੰਦੀ ਹਾਂ, ਮਰਨਾ ਨਹੀਂ ਚਾਹੁੰਦੀ। ਕੋਈ ਤਾਂ ਸੁੱਖ ਦਾ ਸਹਾਰਾ ਆਵੇ। ਅਤੇ ਨਾਲੇ ਇਹ ਬੋਲ ਰਹੀ ਸੀ ਮੇਰੀ ਕਿਸਮਤ ਇੰਨੀ ਉਲਝੀ ਕਿ ਮੇਰਾ ਜੀਣਾ ਹੀ ਔਖਾ ਹੋ ਗਿਆ। ਬਸ ਇਹ ਚੰਦ ਲਾਈਨਾਂ ਜਿਹੜੀਆਂ ਉਸ ਦਰਦ ਦੇ ਵਿੱਚੋਂ ਝਲਕੀਆਂ, ਜੋ ਮੇਰੀ ਆਤਮਾ ਨੇ ਇਕੱਠਾ ਕੀਤਾ ਉਹਦੇ ਵਿੱਚੋਂ ਇਹ ਸ਼ਬਦ 5 ਮਿੰਟ ਦੇ ਵਿੱਚ ਮੇਰੇ ਅੰਦਰੋਂ ਆਏ ਔਰ ਮੈਨੂੰ ਕਲਮ ਚੱਕਣ ਲਈ ਮਜਬੂਰ ਕਰ ਦਿੱਤਾ ਅਤੇ ਮੈਂ ਇਹ ਲਿਖਿਆ। ਅਤੇ ਇੱਕ ਸੱਚਾਈ ਆ, ਆਮ ਪਬਲਿਕ ਦੇ ਵਿੱਚ ਇਹ, ਆਮ ਜ਼ਿੰਦਗੀ ਦੇ ਵਿੱਚ ਇਹ ਵਾਪਰ ਰਹੀ ਆ। ਇਹ ਸੱਚਾਈ ਆ, ਇਸ ਸੱਚਾਈ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ। ਉਲਝੀ ਕਿਸਮਤ, ਬਹੁਤ ਅੱਛਾ ਟਾਈਟਲ ਦਿੱਤਾ ਤੁਸੀਂ, ਬਹੁਤ ਅੱਛਾ। ਇਹ ਇੱਕਦਮ ਮੇਰੇ ਅੰਦਰੋਂ ਮਤਲਬ ਆਵਾਜ਼ ਆਈ ਵੀ ਉਲਝੀ ਕਿਸਮਤ। ਇਹ ਮਤਲਬ ਨਸ਼ਿਆਂ ਦੇ ਗਲਤਾਨ ਵੀ ਹੋ ਗਏ, ਸਾਰਾ ਕੁਛ ਇਹ ਘਰਾਂ ਦੇ ਵਿੱਚ ਵਾਪਰ ਵੀ ਰਿਹਾ ਆ, ਪਰਿਵਾਰ ਵੀ ਚੱਲ ਰਿਹਾ ਆ ਅਤੇ ਕਿਸਮਤ ਵੀ ਉਲਝ ਗਈ ਜਿੱਥੇ ਨਸ਼ਾ ਆ ਗਿਆ। ਇਹ ਮਤਲਬ ਇੱਕ ਕਹਾਣੀ ਦੇ ਵਿੱਚੋਂ ਇਹ ਮੈਸੇਜ ਆਉਂਦਾ ਆ, ਕਿਸਮਤ ਉਲਝ ਉਸ ਵੇਲੇ ਜਾਂਦੀ ਆ ਨਾ ਤਾਂ ਪੈਸਾ ਹੁੰਦਾ ਆ, ਕਮਾਈ ਵਾਲਾ ਨਸ਼ੇ ਖਾਣ ਪੀਣ ਲੱਗ ਜਾਂਦਾ ਆ ਅਤੇ ਕਮਾਈ ਕਰਨੀ ਕਿਹਨੇ ਆ, ਬੱਚਿਆਂ ਦਾ ਪਾਲਣ ਪੋਸ਼ਣ, ਪਤੀ ਦਾ ਮਾਰ ਕਟਾਈ ਅਤੇ ਭੈਣਾਂ ਭਾਈਆਂ ਦੇ ਨਾਲ ਵਿਚਾਰ ਵਟਾਂਦਰਾ ਕਰਨਾ, ਕਿਸੇ ਦੇ ਵਿੱਚ ਕੋਈ ਵੀ ਸਹਿਯੋਗ ਸਾਨੂੰ ਨਹੀਂ ਮਿਲਦਾ। ਬਸ ਇਹੀ ਮੇਰਾ ਟਾਈਟਲ ਸੀ। ਅਗਰ ਅਸੀਂ ਪਰਸਨਲ ਤੁਹਾਡੀ ਜ਼ਿੰਦਗੀ ਦੇ ਬਾਰੇ ਗੱਲ ਕਰੀਏ ਮਾਤਾ ਜੀ, ਜ਼ਿੰਦਗੀ ਕਿਵੇਂ ਦੀ ਰਹੀ ਤੁਹਾਡੀ? ਮੇਰੀ ਜ਼ਿੰਦਗੀ ਬਹੁਤ ਵਧੀਆ ਰਹੀ। ਮਤਲਬ ਮੈਨੂੰ ਸਿੱਖਣ ਨੂੰ ਹੀ ਮਿਲਿਆ ਸਭ ਕੁਛ। ਦੇਖਿਆ ਜਾਵੇ ਤਾਂ ਮੈਂ ਬਹੁਤ ਕੁਝ ਸਿੱਖਿਆ ਜ਼ਿੰਦਗੀ ਦੇ ਵਿੱਚੋਂ। ਹਾਂ, ਇੱਕ ਅਧੂਰਾ ਸੁਪਨਾ ਰਿਹਾ। ਮੇਰੀ ਮੰਮੀ ਦੀ ਡੈਥ ਹੋ ਗਈ ਸੀ, 1.25 ਸਾਲ ਦੀ ਸੀ ਮੈਂ, ਅਤੇ ਮੇਰੇ ਮਨ ਦਾ ਅਧੂਰਾ ਸੁਪਨਾ ਇਹ ਰਿਹਾ ਕਿ ਮੈਂ ਜ਼ਿਆਦਾ ਪੜ੍ਹ ਨਹੀਂ ਸਕੀ ਅਤੇ ਦਾਦੀ ਬਾਬਾ ਨੇ ਸਾਨੂੰ ਪਾਲਿਆ ਅਤੇ ਉਹਨਾਂ ਨੇ ਸਾਨੂੰ ਆਪਣੀ ਡਿਊਟੀ ਨਿਭਾਉਣ ਦੇ ਲਈ 10ਵੀਂ ਪਾਸ ਤੋਂ ਬਾਅਦ ਛੇਤੀ ਸਾਡੀ ਮੈਰਿਜ ਕਰ ਦਿੱਤੀ ਅਤੇ ਪਰਿਵਾਰ ਦੇ ਵਿੱਚ, ਸਹੁਰੇ ਪਰਿਵਾਰ 'ਚ ਵੀ ਸਾਥ ਵਧੀਆ ਮਿਲਿਆ। ਹਾਂ, ਪੜ੍ਹਾਈ ਦਾ ਸ਼ੌਕ ਮੇਰਾ ਅਧੂਰਾ ਰਹਿ ਗਿਆ। ਸ਼ਾਇਦ ਕਿਸੇ ਮਤਲਬ ਖੂੰਜੇ ਦੇ ਵਿੱਚ ਉਹੀ ਰਹਿ ਗਈ ਗੱਲ ਵੀ ਮੈਂ ਮਤਲਬ ਉਹ ਪੂਰਾ ਨਹੀਂ ਕਰ ਸਕੀ। ਕਿਆ ਬਾਤ। ਤਾਂ ਹੀ ਮੇਰੇ ਮਨ ਦੇ ਵਿੱਚ ਇਹ ਵਾਲ ਉੱਠਦੇ ਆ। ਪੰਜਾਬ ਤੋਂ ਕਦੀ ਬਾਹਰ ਜਾਣ ਦਾ ਮੌਕਾ ਵੀ ਮਿਲਿਆ ਜੀ ਤੁਹਾਨੂੰ? ਕਦੇ ਪੰਜਾਬ ਤੋਂ? ਬਹੁਤ ਮਿਲਿਆ। ਪੰਜਾਬ ਦੇ ਵਿੱਚ ਵੀ ਮੈਂ ਸਾਰੇ ਘੁੰਮੀ ਆ, ਬਾਹਰ ਵੀ ਗਈ ਆ। ਇੱਧਰ ਆਪਣੇ ਸਾਰੇ ਗੁਰਧਾਮ ਵੀ ਦੇਖ ਲਏ, ਹਜ਼ੂਰ ਸਾਹਿਬ, ਹੇਮਕੁੰਟ ਸਾਹਿਬ ਸਭ ਜਾ ਆਈ ਹਾਂ ਮੈਂ। ਅਤੇ ਕਨੇਡਾ ਵੀ ਮੈਂ ਜਾ ਆਈ ਹਾਂ ਅਤੇ 7 ਘੰਟੇ ਦੀ ਮੇਰੀ ਇੱਥੇ ਆਪਣਾ ਚਾਈਨਾ ਦੇ ਵਿੱਚ ਸਟੇਅ ਸੀ, ਉਹ ਵੀ ਕੀਤੀ। ਅਤੇ ਕਨੇਡਾ ਵੀ ਮੈਂ 2 ਮਹੀਨੇ ਰਹੀ ਹਾਂ। ਉੱਥੇ ਵੀ ਕਾਫੀ ਮਤਲਬ ਘੁੰਮੀ ਫਿਰੀ ਆ। ਉੱਥੇ ਦੇ ਵੀ ਮਤਲਬ ਕੁਛ ਸਮਝਿਆ, ਉੱਥੇ ਦੇ ਜਿਹੜੇ ਜੋ ਹਾਲਾਤ ਆ। ਹਾਂ, ਇੱਕ ਮੈਂ ਜ਼ਰੂਰ ਉਹ ਐਡ ਕਰੂੰਗੀ, ਪੰਜਾਬ ਦੇ ਪ੍ਰਾਇਮਰੀ ਸਕੂਲ ਅਤੇ ਕਨੇਡਾ ਦਾ ਪ੍ਰਾਇਮਰੀ ਸਕੂਲ, ਉਹਨਾਂ ਬਾਰੇ ਮੈਨੂੰ ਮਤਲਬ ਮੇਰਾ ਮਨ ਸੀਗਾ ਵੀ ਮੈਂ ਉਹ ਦੇਖਾਂ ਵੀ ਆਪਣੇ ਪੰਜਾਬ ਦੇ ਵਿੱਚ ਜਿਹੜੇ ਪ੍ਰਾਇਮਰੀ ਸਕੂਲ ਹੈ ਉਹ ਕਿੱਦਾਂ ਦੇ ਆ ਅਤੇ ਕਨੇਡਾ ਦੇ ਕਿੱਦਾਂ ਦੇ ਜੀ। ਅਤੇ ਉਹਦੇ ਵਿੱਚ ਮੈਨੂੰ ਇੱਕੋ ਹੀ ਆਇਆ ਵੀ ਜਿਹੜਾ ਪੰਜਾਬ ਦਾ ਪ੍ਰਾਇਮਰੀ ਸਕੂਲ ਹੈ ਨਾ, ਕਨੇਡਾ ਦੇ ਪ੍ਰਾਇਮਰੀ ਸਕੂਲ ਨਾਲੋਂ 100 ਗੁਣਾ ਵਧੀਆ ਆ। ਪੰਜਾਬ ਦੇ ਸਕੂਲ ਜਿਹੜਾ ਸਟੈਂਡਰਡ ਆ ਉਹ ਕੈਨੇਡਾ ਨਾਲੋਂ ਵਧੀਆ ਆ। ਕਾਰਨ ਕੀ ਆ, ਉੱਥੇ 7-8 ਸਾਲ ਦਾ ਬੱਚਾ ਫਸਟ ਦੇ ਵਿੱਚ ਉਹਨੂੰ ਅਜੇ 1 2 3 ਨਹੀਂ ਆਉਂਦਾ। ਉਹ ਇੱਕ ਉਹਨਾਂ ਦੀ ਲੈਂਗੁਏਜ ਮਤਲਬ ਇੰਗਲਿਸ਼ ਹੋ ਗਈ ਆ। ਬਸ ਇਹਦੇ ਕਰਕੇ ਉਹ ਇੰਗਲਿਸ਼ ਅੱਗੇ ਆ। ਬਾਕੀ ਕੋਈ ਮਤਲਬ ਜ਼ਿਆਦਾ ਕੋਈ ਉੱਥੇ ਇਹ ਵੀ ਨਹੀਂ ਹੈਗਾ, ਡਿਸਿਪਲਨ ਨਹੀਂ ਹੈਗਾ, ਵਰਦੀ ਨਹੀਂ ਬੱਚੇ ਪਾਉਂਦੇ, ਖਾਣਾ ਨਾਲੇ ਜਿੱਦਾਂ ਸੁੱਤੇ ਉੱਠਦੇ ਉੱਦਾਂ ਹੀ ਲੈ ਕੇ ਚੱਲ ਜਾਂਦੇ। ਆਹ ਚੀਜ਼ਾਂ ਮੈਨੂੰ ਮਤਲਬ ਉਹ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਐਜੂਕੇਸ਼ਨ ਸਿਸਟਮ ਜਿਹੜਾ ਉਹ ਇੰਡੀਆ ਦਾ ਪੰਜਾਬ ਦੇ ਵਿੱਚ ਵਧੀਆ ਆ।
ਕੀ ਬਾਤ ਹੈ, ਕੀ ਬਾਤ। ਉੱਥੋਂ ਦਾ ਲਾਈਫ ਸਟਾਈਲ ਕਿਵੇਂ ਦਾ ਲੱਗਿਆ ਲੋਕਾਂ ਦੇ ਵਿੱਚ ਲਾਈਫ ਵਿਚਰ ਕੇ ਸਟਾਈਲ ਕਿਵੇਂ ਜਿਹੜਾ ਲੱਗਿਆ? ਹੈਗਾ ਆ, ਜਿਹੜੇ ਆਪਣੇ ਪੰਜਾਬੀ ਲੋਕ ਆ ਆਪਣੇ ਇੱਧਰੋਂ ਜਾਂਦੇ ਆ, ਉਹ ਇੱਕ ਚਕਾ ਚੌਂਧ ਜਿਹੜੀ ਆ ਉਹਨਾਂ ਦੇ ਵਿੱਚ ਗੁੰਮ ਹੋ ਜਾਂਦੇ ਆ। ਉਹ ਆਪਣਾ ਵਿਰਸਾ ਭੁੱਲ ਕੇ ਉੱਥੇ ਦੇ ਵਿਰਸੇ ਦੇ ਵਿੱਚ ਮਤਲਬ ਗਲਤਾਨ ਹੁੰਦੇ ਆ। ਉਹਨਾਂ ਦੀ ਜ਼ਿਆਦਾ ਉਹ ਵਰਦੀਆਂ ਪਾਉਣਾ ਉਹ ਚੰਗਾ ਸਮਝਦੇ ਆ। ਉਹ ਐਡਵਾਂਸ ਹੋ ਕੇ ਉੱਥੇ ਜਿਹੜਾ ਆਪਣਾ ਪੰਜਾਬ ਦਾ ਵਿਰਸਾ ਹੈ ਉਹਨੂੰ ਪਿੱਛੇ ਸੁੱਟ ਕੇ ਤੇ ਅੱਗੇ ਉਹ ਤੁਰਦੇ ਆ। ਜਦ ਕਿ ਜਿਹਦਾ ਪੈਰ ਨਹੀਂ ਜਿਹਦੇ ਤੇ ਉਹ ਦਰਖਤ ਕਦੀ ਵੀ, ਜਿਹਦੀਆਂ ਜੜ੍ਹਾਂ ਨਹੀਂ ਨਾ, ਉਹ ਦਰਖਤ ਕਦੀ ਮਤਲਬ ਕਾਮਯਾਬ ਨਹੀਂ ਹੁੰਦਾ ਕਿਆ ਬਾਤ ਹੈ ਨਾ। ਹੈ, ਕਿਆ ਉਹ ਇਸ ਕਰਕੇ ਨਹੀਂ ਹੁੰਦਾ, ਜੜ੍ਹਾਂ ਤੋਂ ਬਗੈਰ ਤਾਂ ਹਵਾ ਦਾ ਬੁੱਲਾ ਆਉਂਦਾ ਤਾਂ ਪੱਟ ਕੇ ਸਿੱਟ ਦਿੰਦਾ। ਜੇ ਜੜ੍ਹਾਂ ਸਾਡੀਆਂ ਕਾਇਮ ਆ ਤਾਂ ਸਭ ਕੁਝ ਕਾਇਮ ਆ। ਬਸ ਮੈਂ ਇਹ ਚੀਜ਼ਾਂ ਦਾ ਮੈਂ ਬਹੁਤ ਦੇਖਿਆ। ਅਗਰ ਜ਼ਿੰਦਗੀ ਨੂੰ ਇੱਕ ਲਾਈਨ ਦੇ ਵਿੱਚ ਦੇਖਿਆ ਜਾਵੇ ਤਾਂ ਤੁਸੀਂ ਜ਼ਿੰਦਗੀ ਨੂੰ ਇੱਕ ਲਾਈਨ ਦੇ ਵਿੱਚ ਕਿਵੇਂ ਐਕਸਪਲੇਨ ਕਰੋਗੇ? ਕੀ ਤੁਹਾਡੇ ਵਿਚਾਰ ਨੇ life ਨੂੰ ਲੈ ਕੇ? ਜ਼ਿੰਦਗੀ ਨੂੰ ਮੈਂ ਜੇ ਇੱਕ ਲਾਈਨ ਦੇ ਵਿੱਚ ਦੇਖਾਂ, ਉਹਦੇ ਵਿੱਚੋਂ ਮਾਤਾ ਪਿਤਾ ਦੇ ਸੰਸਕਾਰ, ਪਰ ਗ੍ਰਸਤੀ ਦੇ ਵਿੱਚੋਂ ਪ੍ਰਵੇਸ਼ ਕਿੱਦਾਂ ਹੋਏ, ਕਿੱਦਾਂ ਉਹ ਰਹਿਣਾ ਆ, ਉਹ ਪਰਿਵਾਰ ਮਾਤਾ ਪਿਤਾ ਦੀ ਗ੍ਰਸਤੀ ਚੋਂ ਮਿਲਦਾ ਆ। ਸੰਸਕਾਰ ਜਿਹੜਾ ਮਿਲਦਾ ਆ ਉਹ ਪਰਿਵਾਰ ਦੇ ਵਿੱਚੋਂ ਮਿਲ ਕੇ ਤਾਂ ਗਾਹਾਂ ਜਿਹੜਾ ਉਹਦੇ ਨਾਲ ਜਿਹੜਾ ਸਿਸਟਮ ਚੱਲਦਾ ਆ ਉਹ ਆ। ਤੇ ਉਸ ਤੋਂ ਬਾਅਦ ਜਿਹੜਾ ਜਾਂਦਾ ਆ ਸੁਸਾਇਟੀ ਵਿੱਚ ਜਾਂਦੇ ਹਾਂ ਆਪਾਂ। ਸੁਸਾਇਟੀ ਦਾ ਜਿਹੜਾ ਆ ਉਹਨੂੰ ਆਪਾਂ ਜੇ ਸਾਡੇ ਤੇ ਹਾਵੀ ਹੁੰਦਾ ਆ, ਸੰਸਕਾਰ ਹਾਵੀ ਆ, ਤਾਂ ਸਾਨੂੰ ਸੁਸਾਇਟੀ ਵੀ ਕੁਝ ਨਹੀਂ ਕਰ ਸਕਦੀ। ਸੰਸਕਾਰ ਹਾਵੀ ਹੋਣੇ ਜ਼ਰੂਰੀ ਆ ਬੰਦੇ ਦੇ ਉੱਪਰ। ਮਾਤਾ ਜੀ, ਬੀਬੀਆਂ ਦੇ ਸਤਰ ਨੂੰ ਕਿਵੇਂ ਉੱਚਾ ਚੁੱਕਿਆ ਜਾ ਸਕਦਾ? ਜਿਵੇਂ ਸਾਡੇ ਇੱਥੇ ਬੀਬੀਆਂ ਨੂੰ ਬਹੁਤ, ਤੁਹਾਨੂੰ ਪਤਾ ਹੈ, ਬੇਟੇ ਔਰ ਬੇਟੀ 'ਚ ਫਰਕ ਪਾਇਆ ਜਾਂਦਾ ਹੈ, ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਜੀ? ਬੀਬੀਆਂ ਦਾ ਜੇ ਵਿਚਾਰ ਨੂੰ ਆਪਾਂ ਉੱਚਾ ਚੱਕਦੇ ਆ ਨਾ, ਬੀਬੀਆਂ ਦਾ ਵਿਚਾਰ ਤਾਂ ਪਹਿਲਾਂ ਹੀ ਗੁਰਦੇਵ ਮਾਤਾ ਗੁਰਦੇਵ ਪਿਤਾ, ਮਾਤਾ ਧਰਤ ਮਤ ਬਾਬੇ ਨਾਨਕ ਨੇ ਹੀ ਚੱਕਿਆ ਨਾ। ਪਰ ਕੱਲਾ ਇੱਕ ਪੱਖ ਨਹੀਂ ਹੈਗਾ, ਜਿਹੜੀ ਬੀਬੀ ਆ ਨਾ ਉਹਨੂੰ ਵੀ ਇਹ ਸੋਚਣਾ ਜ਼ਰੂਰੀ ਚਾਹੀਦਾ ਹੁੰਦਾ ਆ। ਉਹ ਇੱਕ ਆਪਣੀ ਹੈਂਕੜ ਲੈ ਕੇ ਨਾ ਚੱਲੇ ਤੇ ਆਪਣੇ ਜਿਹੜਾ ਲੜਕਾ ਤਾਂ ਲੜਕੀ ਦੇ ਵਿੱਚ ਕੋਈ ਮਤਲਬ ਭੇਦਭਾਵ ਨਹੀਂ ਹੈਗਾ। ਲੜਕੀ ਵੀ ਉਹ ਕੁਝ ਕਰ ਸਕਦੀ ਆ, ਲੜਕਾ ਵੀ, ਜੇ ਲੜਕਾ ਕਰ ਸਕਦਾ ਲੜਕੀ ਵੀ ਉਹ ਕੁਝ ਕਰ ਸਕਦੀ ਆ, ਜੋ ਅਸੀਂ ਚਾਹੁੰਦੇ ਆ ਉਹਦੇ ਕੋਲੋਂ ਚਾਹੁੰਦੇ ਆ ਨਾ। ਤੇ ਬੀਬੀਆਂ ਦਾ ਹੋਊਗਾ ਜੇ ਬੀਬੀਆਂ ਆਪਣੇ ਆਪ ਕਹਿਣਗੀਆਂ ਵੀ ਅਸੀਂ ਕੁਝ ਬਣਨਾ ਆ, ਜੀ ਉਹ ਵਿਚਾਰਾ ਸ਼ਬਦ ਲੈ ਕੇ ਗਲ ਦੇ ਵਿੱਚ ਤਖਤੀ ਪਾ ਕੇ ਮੈਂ ਵਿਚਾਰਾ ਅਕਸ਼ਰ ਜਿਹੜਾ ਲੈ ਕੇ ਚੱਲਦੀ, ਤਾਂ ਫਿਰ ਬੀਬੀ ਦਾ ਮਿਆਰ ਉੱਚਾ ਨਹੀਂ ਹੋ ਸਕਦਾ। ਉਹ ਆਪਣੇ ਆਪ ਨੂੰ ਮਤਲਬ ਵਿਚਾਰਾ ਸ਼ਬਦ ਤੋਂ ਪਰੇ ਹਟਾ ਕੇ ਆਪਣੀ ਮਿਹਨਤ ਦਾ, ਸੰਸਕਾਰ ਨੂੰ, ਮਾਤਾ ਪਿਤਾ ਦੇ ਉਹਨਾਂ ਨੂੰ ਲੈ ਕੇ ਆਪਣਾ ਅੱਗਾ ਪਿੱਛਾ ਦੇਖ ਕੇ ਸਾਰਾ ਸੋਚ ਕੇ 100 ਬੰਦਿਆਂ ਦੇ ਵਿੱਚੋਂ ਗੱਲਾਂ ਉਹਨਾਂ ਦੇ ਸ਼ਬਦ ਲਵੋ, ਉਹ ਗੱਲ ਆਪਣੇ ਕਾਊਂਟ ਕਰ ਲਵੇ ਬੀਬੀ, ਜਿਹੜਾ ਸਾਡੀ ਲਾਈਫ ਲਈ ਚੰਗੀ ਆ। ਬਸ ਮਾਤਾ ਜੀ, 65 ਸਾਲ ਦੀ ਉਮਰ ਦੇ ਵਿੱਚ ਪ੍ਰਵੇਸ਼ ਕਰ ਚੁੱਕੇ ਹੋ ਤੁਸੀਂ। ਇਸ ਉਮਰ ਦੇ ਵਿੱਚ ਲਿਖਦੇ ਹੋਏ ਕਿਵੇਂ ਮਹਿਸੂਸ ਹੁੰਦਾ ਹੈ ਜੀ? ਮੈਨੂੰ ਲਿਖਣਾ ਬਹੁਤ ਚੰਗਾ ਲੱਗਦਾ। ਲਿਖਣਾ ਮੈਨੂੰ ਉਸ ਵੇਲੇ ਚੰਗਾ ਮਤਲਬ ਜ਼ਿਆਦਾ ਹੋ ਜਾਂਦਾ ਜਿਸ ਵੇਲੇ ਮੈਨੂੰ ਬਰਾਗ ਉੱਠਦਾ ਆ। ਮੈਂ ਮਤਲਬ ਮੇਰੀ ਕਮਜ਼ੋਰੀ ਸਮਝ ਲਓ, ਸਮਾਜ ਵਿੱਚ ਜਦ ਮੈਂ ਵਿਚਰਦੀ ਹਾਂ ਕਿਤੇ, ਮਤਲਬ ਕਿਸੇ ਦੀ ਕੋਈ ਮੈਨੂੰ ਲੈ ਕੇ ਜਾਂਦਾ, ਕੋਈ ਝਗੜਾ ਹੋ ਜਾਂਦਾ ਹੈ, ਉੱਥੇ ਪੰਚਾਇਤ ਵਾਲੇ ਬੁਲਾਉਂਦੇ ਜਾਂ ਕੋਈ ਬੁਲਾਉਂਦੇ ਆ, ਉਹਨਾਂ ਨੂੰ ਲੈ ਕੇ ਉੱਥੇ ਤੋਂ ਜਿਸ ਵੇਲੇ ਘਰ ਆਉਂਦੀ ਆ ਕਿ ਮੈਂ ਸੋਚ ਵਿਚਾਰ ਕਰਦੀ ਹਾਂ ਨਾ, ਉਸ ਵੇਲੇ ਮੇਰਾ ਵਿਚਾਰ ਜਿਹੜੇ ਆ ਮੇਰੇ ਮਨ ਦੇ ਵਿੱਚੋਂ ਨਿਕਲਦੇ ਆ, ਤੇ ਫਿਰ ਮੈਂ ਉਹਨਾਂ ਨੂੰ ਕਲਮ ਦੇ ਨਾਲ ਕਲਮਬੰਦ ਕਰਨਾ ਪਸੰਦ ਕਰਦੀ ਹਾਂ। ਸਾਡੇ ਨਾਲ ਗੱਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।